10ਵੀਂ ਦੇ ਸਾਰੇ ਬੱਚਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟਸ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਪੂਰੀ ਤਰ੍ਹਾਂ ਸੇਫ ਹੋਵੋਗੇ, ਸਿਹਤਮੰਦ ਹੋਵੋਗੇ ਤੇ ਤੰਦਰੁਸਤ ਹੋਵੋਗੇ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕਰੋਨਾ ਵਰਗੀ ਮਹਾਮਾਰੀ ਨਾਲ ਪੂਰੀ ਦੁਨੀਆ ਸੰਘਰਸ਼ ਕਰ ਰਹੀ ਹੈ। ਇਸ ਸਥਿਤੀ ਵਿੱਚ ਵੀ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਜੋ ਇਹ ਬੀੜਾ ਚੁੱਕਿਆ ਗਿਆ ਹੈ ਕਿ ਬੱਚਿਆਂ ਨੂੰ ਆਨਲਾਈਨ ਸਟੱਡੀ ਦੇ ਜ਼ਰੀਏ ਸਿੱਖਿਆ ਦੇ ਖੇਤਰ ਨਾਲ ਜੋੜਿਆ ਜਾ ਸਕੇ, ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। 10ਵੀਂ ਜਮਾਤ ਦੇ ਮੇਰੇ ਪਿਆਰੇ ਬੱਚਿਓ, ਲਾਕਡਾਊਨ ਵਿੱਚ ਤੁਹਾਨੂੰ ਅਸੀਂ ਇਸ ਤੋਂ ਪਹਿਲਾਂ 6 ਪਾਠਾਂ ਦੇ ਪ੍ਰਸ਼ਨ ਉੱਤਰ ਭੇਜ ਚੁੱਕੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀਆਂ ਕਾਪੀਆਂ ਤੇ ਬੜੇ ਹੀ ਸੁਚੱਜੇ ਢੰਗ ਨਾਲ ਉਤਾਰਿਆ ਹੈ। ਪਿਆਰੇ ਬੱਚਿਓ, ਅੱਜ ਮੈਂ ਯੋਗੇਸ਼ ਸ਼ਰਮਾ, ਤੁਹਾਡਾ ਪੰਜਾਬੀ ਦਾ ਅਧਿਆਪਕ, ਇਹਨਾਂ ਭੇਜੇ ਗਏ ਪਾਠਾਂ ਦੇ ਵਿੱਚੋਂ ਪਹਿਲੀ ਕਵਿਤਾ ਗੌੜੀ ਬੈਰਾਗਣ ਮਹੱਲਾ ਤੀਜਾ ਦੇ ਪ੍ਰਸੰਗ ਸਹਿਤ ਵਿਆਖਿਆ ਜੋ ਹੈ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਬੇਸਿਕਲੀ ਇਸ ਕਵਿਤਾ ਦੇ ਵਿੱਚ ਕੀ ਕਿਹਾ ਗਿਆ ਹੈ, ਮਨਮੁਖ ਤੇ ਗੁਰਮੁਖ ਦੇ ਚਰਿੱਤਰ ਨੂੰ ਕਿਵੇਂ ਉਘਾੜਿਆ ਗਿਆ ਹੈ। ਸੋ ਆਓ ਬੱਚਿਓ, ਬੜੇ ਹੀ ਧਿਆਨ ਦੇ ਨਾਲ ਸੁਣੋ ਅਤੇ ਇਸ ਦੇ ਵਿੱਚ ਦਿੱਤੇ ਗਏ ਪ੍ਰਸ਼ਨ ਉੱਤਰਾਂ ਨੂੰ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਉਹਨਾਂ ਦੀ ਰਿਵੀਜ਼ਨ ਕਰੋ, ਤਿਆਰੀ ਕਰੋ, ਤਾਂ ਜੋ ਤੁਸੀਂ ਆਪਣੇ ਫਾਈਨਲ ਐਗਜ਼ਾਮਸ ਦੇ ਲਈ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਐਗਜ਼ਾਮਸ ਦੇ ਵਿੱਚ ਉਤਰੋ। ਪਿਆਰੇ ਬੱਚਿਓ, ਪਰਮਪਿਤਾ ਪਰਮੇਸ਼ਵਰ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ। ਇਸ ਸ੍ਰਿਸ਼ਟੀ ਦੇ ਪਾਲਣਹਾਰ ਨੇ ਹਰ ਮਨੁੱਖ ਨੂੰ ਵੱਖ-ਵੱਖ ਬਿਰਤੀਆਂ ਨਾਲ ਨਵਾਜਿਆ। ਕੋਈ ਮਨੁੱਖ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੈ ਤੇ ਕੋਈ ਦੁਨਿਆਵੀ ਪਦਾਰਥਾਂ ਵਿੱਚ ਨਿਰਲੇਪ ਹੋ ਕੇ ਪਰਮਾਤਮਾ ਦੇ ਨਾਮ ਨੂੰ ਭੁੱਲੀ ਬੈਠਾ ਹੈ। ਅੱਜ ਅਸੀਂ ਜੋ ਕਵਿਤਾ ਕਰਨ ਜਾ ਰਹੇ ਹਾਂ, ਉਸ ਕਵਿਤਾ ਵਿੱਚ ਵੀ ਮਨਮੁਖ ਤੇ ਗੁਰਮੁਖ ਬਾਰੇ ਬੜੇ ਹੀ ਵਿਸਥਾਰ ਨਾਲ ਦੱਸਿਆ ਗਿਆ ਹੈ। ਕਵਿਤਾ ਦਾ ਵਿਸ਼ਾ ਹੈ ਗੌੜੀ ਬੈਰਾਗਣ ਮਹੱਲਾ ਤੀਜਾ, ਜਿਸ ਦੇ ਕਵੀ ਹਨ ਸ੍ਰੀ ਗੁਰੂ ਅਮਰਦਾਸ ਜੀ। ਆਓ ਬੱਚਿਓ, ਕਵਿਤਾ ਦੀਆਂ ਸਤਰਾਂ ਵੱਲ ਧਿਆਨ ਦੇਵੋ। ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੈ, ਸਤਿਗੁਰ ਸੇਵਾ ਨਾ ਕਰੇ, ਫਿਰ ਪਛਤਾਣੇ। ਮਨਮੁਖ ਕੌਣ ਹੈ? ਮਨਮੁਖ ਮਨਮੁਖ ਉਹ ਜੋ ਮਨ ਦੇ ਪਿੱਛੇ ਤੁਰਨ ਵਾਲਾ ਹੋਵੇ, ਜੋ ਆਪਣੇ ਮਨ ਦੇ ਕਹੇ ਅਨੁਸਾਰ ਚੱਲੇ, ਉਸ ਨੂੰ ਮਨਮੁਖ ਕਿਹਾ ਜਾਂਦਾ ਹੈ। ਸਤਰਾਂ ਦੇ ਵਿੱਚ ਗਰਭ ਵਰਡ ਆਇਆ ਹੈ। ਗਰਭ ਦਾ ਅਰਥ ਹੈ ਹੰਕਾਰ, ਹਉਮੈ, ਕਮੰਡ। ਅਗਿਆਨ, ਜਿਹੜੇ ਗਿਆਨ ਤੋਂ ਸੱਖਣੇ ਹੋਣ। ਇਆਣੇ ਦਾ ਮਤਲਬ ਅਲਪ ਬੁੱਧੀ ਵਾਲੇ, ਤੁੱਛ ਬੁੱਧੀ ਵਾਲੇ, ਛੋਟੀ ਬੁੱਧੀ ਵਾਲੇ, ਬਰੀਕ ਬੁੱਧੀ ਵਾਲੇ। ਸੋ 17 ਮੈਂ ਇੱਕ ਵਾਰੀ ਫਿਰ ਦੁਹਰਾ ਰਿਹਾ ਹਾਂ ਕਿ ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੈ, ਸਤਿਗੁਰ ਸੇਵਾ ਨਾ ਕਰੇ, ਫਿਰ ਪਛਤਾਣੇ। ਇਹਨਾਂ ਸਤਰਾਂ ਦੇ ਵਿੱਚ ਗੁਰੂ ਕਵੀ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਮਨਮੁਖ ਵਿਅਕਤੀ ਆਪਣੇ ਹੰਕਾਰ ਕਾਰਨ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇਹ ਬਿਲਕੁਲ ਸੱਤਿਆ ਹੈ ਕਿ ਜਿਹੜਾ ਵਿਅਕਤੀ ਹੰਕਾਰ ਦੇ ਨਾਲ ਜੂਝ ਰਿਹਾ ਹੈ, ਜਿਹੜਾ ਵਿਅਕਤੀ ਹੰਕਾਰ ਦੇ ਨਾਲ ਗ੍ਰਸਤ ਹੈ, ਅਜਿਹਾ ਵਿਅਕਤੀ ਕਦੇ ਵੀ ਦੁਨੀਆ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਉਹ ਅਗਿਆਨ ਹੈ ਅਤੇ ਅਲਪ ਬੁੱਧੀ ਵਾਲਾ ਹੀ ਰਹਿੰਦਾ ਹੈ। ਉਸਦੀ ਬੁੱਧੀ ਤੁੱਛ ਹੈ, ਬਰੀਕ ਬੁੱਧੀ ਦਾ ਮਾਲਕ ਬਣ ਜਾਂਦਾ ਹੈ। ਅਜਿਹਾ ਵਿਅਕਤੀ ਦੁਨੀਆ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ, ਸਫਲਤਾ ਹਾਸਲ ਨਹੀਂ ਕਰ ਸਕਦਾ, ਕਿਉਂਕਿ ਉਹ ਦੁਨਿਆਵੀ ਪਦਾਰਥਾਂ ਦੇ ਵਿੱਚ ਨਿਰਲੇਪ ਹੈ। ਉਹ ਸਤਿਗੁਰਾਂ ਦੀ ਸੇਵਾ ਨਹੀਂ ਕਰਦੇ ਤੇ ਫਿਰ ਪਛਤਾਉਂਦੇ ਹਨ। ਇਸ ਤਰ੍ਹਾਂ ਉਹ ਪਰਮਾਤਮਾ ਨੂੰ ਵੀ ਨਹੀਂ ਜਾਣ ਸਕਦੇ। ਸਤਰ ਸੀ ਕਿ ਸਤਿਗੁਰ ਸੇਵਾ ਨਾ ਕਰੇ, ਫਿਰ ਪਛਤਾਣਾ। ਭਾਵ ਮਨਮੁਖ ਵਿਅਕਤੀ ਜਿਸ ਦਾ ਪਰਮਪਿਤਾ ਪਰਮੇਸ਼ਵਰ ਦੇ ਨਾਲ ਕੋਈ ਸਾਂਝ ਨਹੀਂ ਹੈ, ਜਿਸ ਦੀ ਕੋਈ ਇੱਕ ਮਿਕਤਾ ਨਹੀਂ ਹੈ ਪ੍ਰਭੂ ਦੇ ਨਾਲ, ਜੋ ਕਦੀ ਵੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਜੋ ਪਰਮਪਿਤਾ ਪਰਮੇਸ਼ਵਰ ਦੀ ਓਟ ਜਾਂ ਆਸਰਾ ਲੈਣਾ ਪਸੰਦ ਨਹੀਂ ਕਰਦਾ, ਉਹ ਆਪਣੇ ਮਨ ਦੀਆਂ ਸੁਣਦਾ ਤੇ ਪਦਾਰਥਕ ਚੀਜ਼ਾਂ ਦੇ ਵਿੱਚ ਨਿਰਲੇਪ ਹੋਇਆ ਦੁਨਿਆਵੀ ਆਵਾਗਾਉਣ ਦੇ ਵਿੱਚ ਹੀ ਘੁੰਮਦਾ ਰਹਿੰਦਾ ਹੈ। ਅਜਿਹਾ ਵਿਅਕਤੀ ਕਦੇ ਵੀ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਸਤਿਗੁਰੂ ਦੀ ਸੇਵਾ ਕਦੇ ਨਹੀਂ ਕਰ ਸਕਦਾ ਤੇ ਬਾਰ-ਬਾਰ ਪਛਤਾ ਹੀ ਸਕਦਾ ਹੈ। ਉਸ ਦੇ ਪੱਲੇ ਸਿਰਫ ਤੇ ਸਿਰਫ ਪਛਤਾਉਣਾ ਹੀ ਰਹਿ ਜਾਂਦਾ ਹੈ। ਇਹ ਪਹਿਲੀਆਂ ਦੋ ਸਤਰਾਂ ਸਨ। ਅਗਲੀਆਂ ਦੋ ਸਤਰਾਂ ਗਰਭ ਜੋਨੀ ਵਾਸ ਪਾਈਦੈ, ਗਰਭੇ ਗੱਲੇ ਜਾਣ, ਮੇਰੇ ਕਰਤੇ ਐਵੇਂ ਭਾਵਦਾ, ਮਨਮੁਖ ਪਰਮਾਣੇ। ਸਤਰਾਂ ਨੇ ਕਿ ਗਰਭ ਜੋਨੀ ਵਸ ਪਾਈਦੈ, ਗਰਭੇ ਗਲ ਜਾਣੇ, ਮੇਰੇ ਕਰਤੇ ਐਵੇਂ ਭਾਵਦਾ, ਮਨਮੁਖ ਪਰਮਾਣੇ। ਹੁਣ ਸ਼ਬਦ ਆਇਆ ਗਰਭ ਜੋਨੀ। ਗਰਭ ਜੋਨੀ ਦਾ ਮਤਲਬ ਹੁੰਦਾ ਹੈ ਵਾਰ-ਵਾਰ ਜਨਮ ਮਰਨ ਦੇ ਚੱਕਰਾਂ ਵਿੱਚ ਪੈਣਾ। ਗਰਭ ਜੋਨੀ ਦਾ ਅਰਥ ਹੈ ਵਾਰ-ਵਾਰ ਜਨਮ ਮਰਨ ਦੇ ਚੱਕਰਾਂ ਵਿੱਚ ਪੈਣਾ। ਇੱਕ ਸ਼ਬਦ ਹੋਰ ਆਇਆ ਵਾਸ।
ਵਾਵੇ ਨੂੰ ਕੰਨਾ, ਸੱਸੇ ਦੇ ਪੈਰ 'ਚ ਔਂਕੜ, ਜਿਸ ਦਾ ਅਰਥ ਹੈ ਵਾਸ ਪਾਈਦੇ। ਪੂਰਾ ਵਰਡ ਹੈ ਵਾਸ ਪਾਈਦੇ, ਵਸ ਪੈਂਦੇ ਹਨ। ਵਾਸ ਪਾਈਦੇ ਦਾ ਅਰਥ ਹੈ ਵਸ ਪੈਂਦੇ ਹਨ। ਗਰਭੇ ਗਲ ਜਾਣ, ਗਰਭੇ ਗਲ ਜਾਣ, ਗਰਭੇ ਦਾ ਭਾਵ ਹੈ ਕੁੱਖ ਵਿੱਚ ਹੀ ਜਾਂ ਜੂਨਾਂ ਵਿੱਚ ਹੀ। ਗਲ ਜਾਣ ਭਾਵ ਨਸ਼ਟ ਹੋ ਜਾਣ। ਸੋ ਇਹਨਾਂ ਸਤਰਾਂ ਦੇ ਵਿੱਚ ਕਵੀ ਫਰਮਾਉਂਦੇ ਨੇ ਕਿ ਮਨਮੁਖ ਵਿਅਕਤੀ ਆਪਣੇ ਹੀ ਹੰਕਾਰ ਵਿੱਚ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਦਿੰਦੇ ਹਨ। ਇਹ ਜੋ ਮਨੁੱਖਾ ਜੀਵਨ ਮਿਲਿਆ ਹੈ ਸਾਨੂੰ, ਠੀਕ ਹੈ ਅਸੀਂ ਸ੍ਰਿਸ਼ਟੀ ਦੇ ਵਿੱਚ ਆ ਕੇ ਕਈ ਪਦਾਰਥਕ ਚੀਜ਼ਾਂ ਕਰਦੇ ਹਾਂ, ਕਈ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਰਮਪਿਤਾ ਪਰਮੇਸ਼ਵਰ ਦੀ ਭਗਤੀ ਨੂੰ ਠੁਕਰਾ ਦਈਏ, ਅਸੀਂ ਪਰਮਪਿਤਾ ਪਰਮੇਸ਼ਵਰ ਤੋਂ ਵਾਂਝੇ ਰਹਿ ਜਾਈਏ ਤੇ ਸਿਰਫ ਦੁਨਿਆਵੀ ਚੀਜ਼ਾਂ ਦੇ ਵਿੱਚ ਹੀ ਆਪਾਂ ਮਲੀਨ ਰਹੀਏ। ਇਹ ਬਿਲਕੁਲ ਗਲਤ ਹੈ। ਇਸੇ ਲਈ ਤਾਂ ਮਨਮੁਖ ਵਿਅਕਤੀ ਆਪਣੇ ਹੀ ਹੰਕਾਰ ਵਿੱਚ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਦਿੰਦਾ ਹੈ ਤੇ ਵਾਰ-ਵਾਰ ਗਰਭ ਜੂਨਾਂ ਵਿੱਚ ਪੈਂਦੇ ਹਨ, ਭਾਵ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ ਤੇ ਇਹੀ ਜੂਨਾਂ ਵਿੱਚ ਭਟਕਦਾ ਉਹ ਖਤਮ ਹੋ ਜਾਂਦਾ ਹੈ। ਪਰ ਜ਼ਿੰਦਗੀ ਦਾ ਜੋ ਅਸਲ ਮੰਤਵ ਹੈ ਪਰਮਪਿਤਾ ਪਰਮੇਸ਼ਵਰ ਦੀ ਪ੍ਰਾਪਤੀ, ਉਸ ਪ੍ਰਭੂ ਦੀ ਪ੍ਰਾਪਤੀ, ਉਸ ਪ੍ਰਭੂ ਦਾ ਨਾਮ ਸਿਮਰਨ, ਸਤਿਗੁਰੂ ਦੇ ਲੜ ਲੱਗਣਾ, ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕਰਨਾ, ਇਹ ਸਾਰੀਆਂ ਚੀਜ਼ਾਂ ਤੋਂ ਉਹ ਪਿੱਛੇ ਰਹਿ ਜਾਂਦਾ ਹੈ ਤੇ ਸਿਰਫ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਉਸ ਨੂੰ ਇਹੀ ਚਿੰਤਾ ਹੈ ਮੈਂ ਜੰਮਿਆ ਹਾਂ, ਮੈਂ ਮਰਨਾ ਹੈ। ਉਹ ਇਹੀ ਚਿੰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਰਹਿੰਦਾ ਹੈ ਤੇ ਕਦੇ ਵੀ ਪ੍ਰਭੂ ਦੇ ਚਰਨਾਂ ਦੇ ਨਾਲ ਨਹੀਂ ਜੁੜਦਾ। ਗੁਰੂ ਜੀ ਫਰਮਾਉਂਦੇ ਹਨ ਕਿ ਮੇਰੇ ਸੱਚੇ ਪਿਤਾ ਪਰਮਾਤਮਾ ਵੀ ਫਿਰ ਇਹੋ ਚੰਗਾ ਲੱਗਦਾ ਹੈ ਕਿ ਮਨਮੁਖ ਵਿਅਕਤੀ ਜੋ ਕਿ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਰਹਿੰਦੇ ਹਨ, ਉਹ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦੇ ਹੀ ਰਹਿਣ। ਭਾਵ ਜੇ ਉਹ ਗੁਰੂ ਦੇ ਚਰਨੀ ਨਹੀਂ ਪਏ ਤਾਂ ਫਿਰ ਗੁਰੂ ਪਰਮਾਤਮਾ ਵੀ ਉਹਨਾਂ ਦਾ ਸਹਾਈ ਨਹੀਂ ਹੁੰਦਾ। ਸਤਰ ਸੀ ਕਿ ਮੇਰੇ ਕਰਤੇ ਐਵੇਂ ਭਾਵਦਾ, ਕਰਤਾ ਭਾਵ ਪਰਮਾਤਮਾ ਨੂੰ ਕਿਹਾ ਗਿਆ ਹੈ। ਪਰਮਾਤਮਾ ਨੂੰ ਵੀ ਫਿਰ ਇਹ ਚੰਗਾ ਲੱਗਦਾ ਹੈ ਕਿ ਜਿਹੜਾ ਵਿਅਕਤੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ, ਪਰਮਾਤਮਾ ਦੀ ਭਗਤੀ ਨਹੀਂ ਕਰਦਾ, ਅਜਿਹਾ ਵਿਅਕਤੀ ਫਿਰ ਠੀਕ ਹੈ ਕਿ ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਹੀ ਪਿਆ ਰਵੇ ਤੇ ਪਰਮਾਤਮਾ ਨੂੰ ਵੀ ਇਹ ਬੜਾ ਚੰਗਾ ਲੱਗਦਾ ਹੈ। ਕਿਉਂ ਜੋ ਜਿਹੜੇ ਮਨਮੁਖ ਵਿਅਕਤੀ ਪ੍ਰਭੂ ਦੇ ਚਰਨਾਂ ਦੇ ਨਾਲ ਨਹੀਂ ਲੱਗੇ, ਪ੍ਰਭੂ ਆਪ ਵੀ ਉਹਨਾਂ ਦਾ ਸਹਾਈ ਨਹੀਂ ਹੁੰਦਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਅਜਿਹੇ ਵਿਅਕਤੀਆਂ ਨੂੰ ਧੱਕੇ ਦੇ ਕੇ ਬਾਹਰ ਕੱਢਿਆ ਜਾਂਦਾ ਹੈ। ਸੋ ਸਾਨੂੰ ਮਨਮੁਖ ਨਹੀਂ ਬਣਨਾ, ਸਾਨੂੰ ਗੁਰਮੁਖ ਬਣਨਾ ਹੈ। ਅਗਲੀਆਂ ਸਤਰਾਂ, ਮੇਰੇ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ, ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ। ਦੁਬਾਰਾ ਤੋਂ ਸੁਣੋ ਮੇਰੇ ਪਿਆਰੇ ਬੱਚਿਓ ਇਹਨਾਂ ਸਤਰਾਂ ਨੂੰ ਕਿ ਮੇਰੇ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ, ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ। ਇਹਨਾਂ ਕਾਵ ਸਤਰਾਂ ਦੇ ਵਿੱਚ ਗੁਰੂ ਕਵੀ ਫਰਮਾਉਂਦੇ ਹਨ ਕਿ ਮੇਰੇ ਸਤਿਗੁਰੂ ਨੇ ਧੁਰੋਂ ਹੀ ਮੇਰੇ ਮਸਤਕ ਉੱਤੇ ਨਾਮ ਦੀ ਦਾਤ ਲਿਖ ਦਿੱਤੀ ਹੈ। ਹੁਣ ਨਾਮ ਦੀ ਦਾਤ ਕਿਸ ਦੇ ਉੱਤੇ ਲਿਖੀ ਜਾਏਗੀ? ਜਿਹੜੇ ਵਿਅਕਤੀ ਗੁਰਮੁਖ ਹੁੰਦੇ ਹਨ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਵੀ ਜਾ ਕੇ ਸੰਸਾਰਕ ਗਤੀਆਂ ਦੇ ਵਿੱਚ ਰਹਿ ਕੇ ਵੀ ਪਰਮਪਿਤਾ ਪਰਮੇਸ਼ਵਰ ਦਾ ਲੜ ਨਹੀਂ ਛੱਡਿਆ, ਪ੍ਰਭੂ ਦਾ ਨਾਮ ਸਿਮਰਨ ਕਰਨਾ ਨਹੀਂ ਛੱਡਿਆ। ਅਜਿਹੇ ਵਿਅਕਤੀ ਧੁਰ ਤੋਂ ਹੀ ਭਾਵ ਪਰਮਾਤਮਾ ਦੀ ਦਰਗਾਹ ਤੋਂ ਹੀ ਆਪਣੇ ਮਸਤਕ, ਆਪਣੇ ਮੱਥੇ ਦੇ ਉੱਤੇ ਜਿਹੜੇ ਹਨ ਨਾਮ ਦੀ ਦਾਤ ਲਿਖਾ ਕੇ ਆਏ ਹੁੰਦੇ ਹਨ। ਮੇਰੇ ਹਰ ਪ੍ਰਭੂ ਲੇਖ ਲਿਖਾਇਆ ਧੁਰ ਮਸਤਕ ਪੂਰਾ, ਭਾਵ ਮੇਰੇ ਪਰਮਪਿਤਾ ਪਰਮੇਸ਼ਵਰ ਨੇ, ਮੇਰੇ ਪ੍ਰਭੂ ਨੇ ਧੁਰ ਤੋਂ ਹੀ ਭਾਵ ਆਪਣੀ ਦਰਗਾਹ ਤੋਂ ਹੀ ਮੇਰੇ ਮੱਥੇ ਦੇ ਉੱਤੇ ਨਾਮ ਦਾ ਤਿਲਕ ਲਗਾਇਆ ਹੈ। ਮੈਨੂੰ ਬੜਾ ਵਡਭਾਗਾ ਬਣਾਇਆ ਹੈ ਕਿ ਮੈਂ ਹਰ ਵੇਲੇ ਉਸ ਪ੍ਰਭੂ ਦਾ ਨਾਮ ਜਪ ਸਕਾਂ। ਉਸ ਦੀ ਮਿਹਰ ਨਾਲ ਹੀ ਮੈਂ ਉਸ ਦਾ ਨਾਂ ਜਪਿਆ ਤੇ ਗੁਰੂ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਉਸ ਪਰਮਪਿਤਾ ਪਰਮੇਸ਼ਵਰ ਨੇ, ਪ੍ਰਭੂ ਨੇ ਮੇਰੇ ਜਿੰਮੇ ਜੋ ਕੰਮ ਲਾਇਆ ਉਹ ਹੈ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਦੀ ਮਹਿਮਾ ਦਾ ਗੁਣਗਾਨ ਕਰਨਾ। ਤੇ ਇਹ ਜੋ ਮੈਂ ਕਰ ਰਿਹਾ ਹਾਂ ਇਹ ਤਾਂ ਮੈਂ ਪਰਮਾਤਮਾ ਦੇ ਧੁਰ ਤੋਂ ਹੀ ਆਪਣੇ ਮਸਤਕ ਦੇ ਉੱਤੇ ਲਿਖਾ ਕੇ ਆਇਆ ਹਾਂ ਕਿ ਮੈਂ ਸ੍ਰਿਸ਼ਟੀ ਤੇ ਜਾ ਕੇ ਵੀ ਉਸ ਪਰਮਪਿਤਾ ਪਰਮੇਸ਼ਵਰ ਦਾ ਨਾਮ ਹੀ ਧਿਆਉਣਾ ਹੈ, ਉਸ ਸਤਿਗੁਰੂ ਦਾ, ਉਸ ਸੱਚੇ ਸਤਿਗੁਰੂ ਦਾ ਲੜ ਫੜਨਾ ਹੈ ਤਾਂ ਜੋ ਮੈਂ ਇਹਨਾਂ ਦੁਨਿਆਵੀ ਚੀਜ਼ਾਂ ਤੋਂ ਪਰੇ ਰਹਿ ਸਕਾਂ। ਅਗਲੀਆਂ ਸਤਰਾਂ ਮੇਰੇ ਪਿਆਰੇ ਬੱਚਿਓ, ਮੇਰੇ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦਪ ਬੀਰਾ, ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਸ਼ਬਦ ਆਇਆ ਹੈ ਬੰਦਪ, ਬੰਦਪ ਸਖਾ ਰਿਸ਼ਤੇਦਾਰ, ਬੀਰਾ, ਬੀਰਾ ਵਰਡ ਆਇਆ ਬੱਬੇ ਨੂੰ ਬਿਹਾਰੀ ਰਾਰੇ ਨੂੰ ਕਰਨਾ, ਬੀਰਾ ਭਾਵ ਭਰਾ, ਬਖਸ਼ ਭਾਵ ਬਖਸ਼ਿਸ਼। ਇਹ ਨਾਨਕ ਗਰੀਬ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖ ਭਾਵ ਕਿ ਮੇਰੇ ਪਿਤਾ ਮਾਤਾ ਹਰ ਨਾਮ ਹੈ, ਹਰ ਬੰਦਪ ਬੀਰਾ। ਭਾਵ ਇਹਨਾਂ ਸਤਰਾਂ ਦੇ ਵਿੱਚ ਗੁਰੂ ਕਵੀ ਫਰਮਾਉਂਦੇ ਹਨ ਕਿ ਹਰੀ ਪ੍ਰਭੂ ਤੇ ਉਸ ਦਾ ਨਾਮ ਹੀ ਮੇਰੇ ਲਈ ਸਭ ਕੁਝ ਹੈ।
ਉਸ ਦੇ ਨਾਮ ਦੇ ਵਿੱਚ ਹੀ ਮੇਰੇ ਸਾਰੇ ਰਿਸ਼ਤੇ ਨਾਤੇ ਸਮਾਏ ਹੋਏ ਹਨ। ਮਾਤਾ ਪਿਤਾ, ਭੈਣ ਭਰਾ, ਸਗੇ ਸੰਬੰਧੀ, ਸਾਕ, ਹਰ ਨਾਤੇ ਰਿਸ਼ਤੇ ਜਿਹੜੇ ਹਨ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਵਿੱਚ ਹੀ ਸਮਾਏ ਹੋਏ ਹਨ। ਮੇਰੇ ਮਾਤਾ ਪਿਤਾ ਵੀ, ਭਰਾ ਵੀ ਤੇ ਹੋਰ ਰਿਸ਼ਤੇਦਾਰ ਵੀ ਭਾਵ ਪਰਮਾਤਮਾ ਦਾ ਨਾਮ ਹੀ ਮੇਰੀ ਦੁਨੀਆ ਹੈ। ਮੇਰੀ ਸਾਰੀ ਦੁਨੀਆ ਜੋ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਹੈ। ਮਾਤਾ ਪਿਤਾ, ਭੈਣ ਭਰਾ ਇਹ ਦੁਨਿਆਵੀ ਰਿਸ਼ਤੇ ਹਨ। ਸਾਡਾ ਅਸਲ ਰਿਸ਼ਤਾ ਜੋ ਹੈ ਉਸ ਪਰਮਾਤਮਾ ਦੇ ਨਾਲ ਹੈ। ਤੇ ਗੁਰੂ ਕਵੀ ਨੇ ਬੜੀਆਂ ਹੀ ਸਾਫ਼ ਸਤਰਾਂ ਦੇ ਵਿੱਚ ਕਹਿ ਦਿੱਤਾ ਹੈ, ਗੁਰਸਿੱਖ ਵਿਅਕਤੀ ਬਾਰੇ ਦੱਸਿਆ ਹੈ ਕਿ ਗੁਰਸਿੱਖ ਵਿਅਕਤੀ ਉਹੀ ਹੈ ਜਿਹੜਾ ਵਿਅਕਤੀ ਜੋ ਹੈ ਉਸ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ, ਜਿਸ ਦੇ ਨਾਮ ਵਿੱਚ ਹੀ ਉਸ ਨੂੰ ਸਾਰੇ ਰਿਸ਼ਤਿਆਂ ਦਾ ਸਾਰ ਮਿਲ ਜਾਂਦਾ ਹੈ। ਗੁਰੂ ਜੀ ਉਸ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਉਹ ਆਪਣੀ ਬਖਸ਼ਿਸ਼ ਕਰਕੇ ਮੈਨੂੰ ਨਿਮਾਣੇ ਜਿਹੇ ਦਾਸ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ, ਭਾਵ ਜਿਸ ਨੇ ਵੀ ਪਰਮਾਤਮਾ ਦਾ ਨਾਮ ਧਿਆਇਆ ਹੈ ਉਸ ਨੂੰ ਉਸ ਦੀ ਸੋਝੀ ਆ ਜਾਂਦੀ ਹੈ ਤੇ ਉਹ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਤੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ। ਸਤਰ ਸੀ ਕਿ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਪਰਮਾਤਮਾ ਦੀ ਪ੍ਰਾਪਤੀ ਉਸੇ ਹੀ ਵਿਅਕਤੀ ਨੂੰ ਹੁੰਦੀ ਹੈ ਜਿਹੜਾ ਵਿਅਕਤੀ ਸਖਤ ਘਾਲਣਾ ਘੱਲ ਕੇ ਉਸ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਜਪਦਾ ਹੈ, ਜਿਹੜਾ ਉਸ ਦਾ ਨਾਮ ਧਿਆਉਂਦਾ ਹੈ। ਤੇ ਅਜਿਹੇ ਵਿਅਕਤੀ ਨੂੰ ਹੀ ਅਸਲ ਸੋਝੀ ਆਉਂਦੀ ਹੈ, ਅਜਿਹੇ ਵਿਅਕਤੀ ਨੂੰ ਹੀ ਅਸਲ ਚੇਤਨਾ ਆਉਂਦੀ ਹੈ। ਤੇ ਇਹੀ ਚੇਤਨਾ ਵਾਲਾ ਵਿਅਕਤੀ ਹੈ ਜਿਹੜਾ ਪਰਮ ਪਿਤਾ ਪਰਮੇਸ਼ਵਰ ਦੇ ਨਾਲ ਜੁੜਿਆ ਰਹਿੰਦਾ ਹੈ, ਸਤਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ, ਦੁਨਿਆਵੀ ਮੋਹ ਮਾਇਆ ਤੋਂ ਪਰੇ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਪਾਸੋਂ ਹਰ ਵੇਲੇ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਕਰਦਾ ਹੈ। ਸੋ ਪਿਆਰੇ ਬੱਚਿਓ, ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਮਨਮੁਖ ਆਪਣੇ ਹੰਕਾਰ ਕਰਕੇ ਅਗਿਆਨੀ ਹੈ, ਉਹ ਸਤਿਗੁਰੂ ਦੀ ਸੇਵਾ ਨਹੀਂ ਕਰਦਾ, ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹਿੰਦਾ ਹੈ, ਫਿਰ ਪਛਤਾਉਂਦਾ ਹੈ, ਦੁਨਿਆਵੀ ਚੀਜ਼ਾਂ ਦੇ ਵਿੱਚ ਗ੍ਰਸਤ ਹੋਇਆ ਰਹਿੰਦਾ ਹੈ, ਫਿਰ ਪਛਤਾਉਂਦਾ ਹੈ, ਫਿਰ ਅੰਤ ਮੌਤ ਹੋ ਜਾਂਦੀ ਹੈ। ਮਰਨ ਤੋਂ ਬਾਅਦ ਫਿਰ ਤਾਂ ਪਛਤਾਣਾ ਵੀ ਨਹੀਂ ਰਹਿ ਜਾਂਦਾ, ਕਿਉਂਕਿ ਉਸਨੇ ਸ੍ਰਿਸ਼ਟੀ ਦੇ ਵਿੱਚ ਆ ਕੇ ਜੋ ਕਾਰਜ ਕਰਨਾ ਸੀ ਉਹ ਕਾਰਜ ਨਹੀਂ ਕੀਤਾ। ਅਸਲ ਕਾਰਜ ਸੀ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਜਪਣਾ। ਸੋ ਮਨਮੁਖ ਵਿਅਕਤੀ ਭਟਕਦਾ ਹੈ ਔਰ ਇਹੀ ਭਟਕਣਾ ਜਿਹੜੀ ਹੈ ਉਸ ਨੂੰ ਉਸਦੇ ਨਾਸ਼ਮਾਨਤਾ ਤੱਕ ਲੈ ਜਾਂਦੀ ਹੈ। ਤੇ ਇਸ ਦੇ ਉਲਟ ਜੋ ਗੁਰਸਿੱਖ ਹੈ, ਜੋ ਗੁਰਸਿੱਖ ਵਿਅਕਤੀ ਹੈ, ਗੁਰਸਿੱਖ ਦੇ ਤਾਂ ਧੁਰ ਤੋਂ ਹੀ ਮਸਤਕ ਦੇ ਉੱਤੇ ਨਾਮ ਦੀ ਦਾਤ ਲਿਖੀ ਹੁੰਦੀ ਹੈ। ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ, ਸਾਰੇ ਰਿਸ਼ਤੇ ਨਾਤੇ ਦਿਖਾਈ ਦਿੰਦੇ ਹਨ। ਪ੍ਰਭੂ ਭਾਵ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਆਪਣੀ ਬਖਸ਼ਿਸ਼ ਕਰਕੇ ਮੈਨੂੰ ਆਪਣੇ ਨਾਲ ਹੀ ਮਿਲਾ ਲੈਣ। ਸੋ ਬੜੀ ਹੀ ਬਖੂਬੀ ਔਰ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਗੁਰੂ ਕਵੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਦੇ ਵਿੱਚ ਦੋ ਵਿਅਕਤੀਆਂ ਦੇ ਚਰਿੱਤਰ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਗਾੜਿਆ ਹੈ, ਮਨਮੁਖ ਤੇ ਗੁਰਮੁਖ। ਮਨਮੁਖ ਉਹ ਜਿਹੜਾ ਮਨ ਦੇ ਪਿੱਛੇ ਭਟਕਦਾ ਹੈ, ਜਨਮ ਮਰਨ ਦੇ ਚੱਕਰਾਂ ਦੇ ਵਿੱਚ ਰਹਿੰਦਾ ਹੈ, ਜਿਹੜਾ ਪਰਮਾਤਮਾ ਦੀ ਭਗਤੀ ਨਹੀਂ ਕਰਦਾ। ਤੇ ਗੁਰਸਿੱਖ ਉਹ ਵਿਅਕਤੀ ਜਿਸ ਦਾ ਇੱਕੋ ਇੱਕ ਮੰਤਵ ਹੈ ਇਸ ਸ੍ਰਿਸ਼ਟੀ ਦੇ ਉੱਤੇ ਆ ਕੇ ਕਿ ਮੈਂ ਹਰ ਵੇਲੇ ਉਸ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ, ਪਰਮਪਿਤਾ ਪਰਮੇਸ਼ਵਰ ਦੇ ਨਾਲ ਜੁੜਿਆ ਲਵਾਂ, ਉਸ ਦੀ ਭਗਤੀ ਕਰਾਂ, ਉਸ ਦੇ ਨਾਮ ਦੇ ਵਿੱਚ ਹੀ ਮੈਨੂੰ ਸਾਰੇ ਰਿਸ਼ਤੇ ਦਿਖਾਈ ਦਿੰਦੇ ਹਨ। ਬਾਕੀ ਦੁਨੀਆ ਦੀ ਜਿਹੜੀ ਮੋਹ ਮਾਇਆ ਹੈ ਉਹ ਨਿਰਲੇਪ ਹੈ, ਕਿਸੇ ਕੰਮ ਦੀ ਨਹੀਂ ਹੈ। ਤੇ ਇੱਕੋ ਇੱਕ ਨਾਮ ਜਿਹੜਾ ਸਹਾਈ ਹੈ ਉਹ ਪਿਆਰੇ ਸਤਿਗੁਰੂ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ। ਸੋ ਮੇਰੇ ਪਿਆਰੇ ਬੱਚਿਓ, ਤੁਸੀਂ ਵੀ ਇਸ ਕਵਿਤਾ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਕਿ ਸਾਨੂੰ ਹਰ ਵੇਲੇ ਪਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ। ਪਰਮਾਤਮਾ ਦਾ ਇੱਕੋ ਇੱਕ ਨਾਮ ਹੀ ਜਿਹੜਾ ਹੈ ਉਹ ਇੱਕ ਦਵਾਈ ਦਾ ਕੰਮ ਕਰਦਾ ਹੈ। ਪਰਮਾਤਮਾ ਤੁਹਾਨੂੰ ਹਰ ਰੋਗ ਤੋਂ ਮੁਕਤੀ ਦਿਵਾਉਂਦਾ ਹੈ। ਸਭ ਤੋਂ ਵੱਡਾ ਜਿਹੜਾ ਰੋਗ ਹੈ ਉਹ ਹੈ ਹਉਮੈ, ਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਹਉਮੈ ਨੂੰ ਦੂਰ ਕਰਦਾ ਹੈ। ਪਰਮਾਤਮਾ ਦੇ ਨਾਮ ਦੇ ਨਾਲ ਹੀ ਹਉਮੈ ਗ੍ਰਸਤ ਵਿਅਕਤੀ ਜਿਹੜਾ ਹੈ, ਹੰਕਾਰਿਆ ਵਿਅਕਤੀ ਜਿਹੜਾ ਹੈ, ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਦੇ ਨਾਮ ਵਿੱਚ ਜੋ ਮਿਠਾਸ ਹੈ, ਜੋ ਪਿਆਰ ਹੈ, ਜੋ ਨਿਮਰਤਾ ਹੈ, ਜੋ ਰੂਹਾਨੀ ਤਾਕਤ ਹੈ, ਉਹ ਕਿਸੇ ਹੰਕਾਰ ਵਿੱਚ ਨਹੀਂ, ਹਉਮੈ ਵਿੱਚ ਨਹੀਂ, ਮਨਮੁਖ ਵਿਅਕਤੀ ਵਿੱਚ ਨਹੀਂ,
ਇਹ ਸਭ ਕੁਝ ਕਿਸ ਵਿੱਚ ਮਿਲਦਾ ਹੈ? ਗੁਰਸਿੱਖ ਵਿਅਕਤੀ ਦੇ ਵਿੱਚ। ਸੋ ਮੇਰੇ ਪਿਆਰੇ ਬੱਚਿਓ, ਇਸ ਕਵਿਤਾ ਨੂੰ ਧਿਆਨ ਦੇ ਨਾਲ ਪੜ੍ਹੋ। ਤੁਹਾਡੀ ਪਾਠ ਪੁਸਤਕ ਦੇ ਵਿੱਚ ਬਖੂਬੀ ਇਹ ਸਤਰਾਂ ਦਿੱਤੀਆਂ ਗਈਆਂ ਨੇ। ਸੋ ਬਾਕਾਇਦਾ ਤੁਸੀਂ ਇਹਨਾਂ ਸਤਰਾਂ ਨੂੰ ਪੜ੍ਹ ਕੇ ਇਹਨਾਂ ਦੀ ਪ੍ਰਸੰਗਸਤ ਵਿਆਖਿਆ ਨੂੰ ਸਮਝੋ ਤੇ ਦਿੱਤੇ ਗਏ ਪ੍ਰਸ਼ਨ ਉੱਤਰਾਂ ਨੂੰ ਲਿਖ ਕੇ ਵੀ ਦੇਖੋ। ਤੇ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਸੁਚੱਜੇ ਢੰਗ ਦੇ ਨਾਲ ਪ੍ਰੈਕਟਿਸ ਵੀ ਕਰ ਰਹੇ ਹੋਵੋਗੇ ਘਰ ਵਿੱਚ ਰਹਿ ਕੇ, ਤੇ ਆਪਣੀ ਤਿਆਰੀ ਨੂੰ ਬਖੂਬੀ ਨਿਭਾਓ ਤਾਂ ਜੋ ਆਪਾਂ ਫਾਈਨਲ ਐਗਜ਼ਾਮਸ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਪ੍ਰੂਫ ਕਰ ਸਕੀਏ ਕਿ ਹਾਂ ਅਸੀਂ ਘਰ ਰਹਿ ਕੇ ਵੀ ਪੂਰੀ ਮਿਹਨਤ ਤੇ ਸ਼ਿੱਦਤ ਤੇ ਲਗਨ ਦੇ ਨਾਲ ਪੜ੍ਹਾਈ ਕੀਤੀ ਹੈ, ਜਿਸ ਦਾ ਨਤੀਜਾ ਅਸੀਂ ਬੋਰਡ ਦੇ ਐਗਜ਼ਾਮ ਦੇ ਵਿੱਚ 100% ਰਿਜ਼ਲਟ ਦੇ ਕੇ ਕੀਤਾ ਹੈ। ਸੋ ਅੱਜ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਹਾਂ। ਸਤਿ ਸ਼੍ਰੀ ਅਕਾਲ, ਨਮਸਕਾਰ।